दोस्तों, मैं ਅਰੁਣਜੀਤ ਸਿੰਘ ਬੈਰਿਸਟਰ ਅੱਜ 8 ਅਕਤੂਬਰ 2021 ਨੂੰ ਤੁਹਾਡੇ ਨਾਲ ਨਿਊਜ਼ੀਲੈਂਡ ਤੋਂ ਜੋ 2021 ਰੈਜ਼ੀਡੈਂਟ ਵੀਜ਼ਾ ਨਵੀਂ ਕੈਟੇਗਰੀ ਸ਼ੁਰੂ ਕੀਤੀ ਗਈ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ, ਉਹਦੇ ਬਾਰੇ ਕੁਝ ਬਰੀਫ ਦੇ ਵਿੱਚ ਸੰਖੇਪ ਦੇ ਵਿੱਚ ਦੱਸਣਾ ਚਾਹੁੰਦਾ ਹਾਂ। ਸੋ ਪਹਿਲਾਂ ਤਾਂ ਤੁਸੀਂ ਸਾਰਿਆਂ ਨੂੰ ਪਤਾ ਹੋਣਾ ਹੈ ਕਿ 30 ਸਤੰਬਰ 2021 ਨੂੰ ਆਨਰੇਬਲ ਕ੍ਰਿਸਟੋਫਰ ਫੋਈ ਜੋ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਿਨਿਸਟਰ ਹਨ, ਉਹਨਾਂ ਨੇ ਐਲਾਨ ਕੀਤਾ ਹੈ ਕਿ 1 ਦਸੰਬਰ 2021 ਤੋਂ ਲੈ ਕੇ 31 ਜੁਲਾਈ 2022 ਤੱਕ ਵਨ ਆਫ ਰੈਜ਼ੀਡੈਂਟ ਵੀਜ਼ਾ ਸ਼ੁਰੂ ਕੀਤਾ ਜਾਵੇਗਾ। ਤਾਂ ਮੈਂ ਤੁਹਾਨੂੰ ਉਹਦੇ ਵਿੱਚ ਕੁਝ ਜੋ ਯੋਗਤਾਵਾਂ, ਸ਼ਰਤਾਂ ਅਤੇ ਕੁਝ ਕਮੀਆਂ ਜਿਹੜੀ ਉਸ ਕੈਟੇਗਰੀ ਦੇ ਵਿੱਚ ਹਨ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਤਾਂ ਇਹ ਧਿਆਨ 'ਚ ਰੱਖਣਾ ਹੈ ਕਿ ਕੌਣ ਲੋਕ ਇਸ ਦੇ ਵਿੱਚ ਅਪਲਾਈ ਕਰ ਸਕਦੇ ਹਨ। ਸੋ 29 ਸਤੰਬਰ 2021 ਤੱਕ ਜੋ ਨਿਊਜ਼ੀਲੈਂਡ ਦੇ ਵਿੱਚ ਲੋਕ ਰਹਿ ਰਹੇ ਹਨ ਉਹ ਹੀ ਸਿਰਫ ਇਸ ਕੈਟੇਗਰੀ ਦੇ ਵਿੱਚ ਰੈਜ਼ੀਡੈਂਟ ਵੀਜ਼ਾ ਅਪਲਾਈ ਕਰ ਸਕਦੇ ਹਨ, ਜਾਂ ਉਹ ਲੋਕ ਜੋ ਨਿਊਜ਼ੀਲੈਂਡ ਦੇ ਵਿੱਚ ਸਧਾਰਨ ਤੌਰ 'ਤੇ ਤਾਂ ਰਹਿੰਦੇ ਹਨ ਪਰ 29 ਸਤੰਬਰ ਨੂੰ ਉਹ ਆਸਟ੍ਰੇਲੀਆ ਦੇ ਵਿੱਚ ਹਨ ਅਤੇ ਉਹ ਨਿਊਜ਼ੀਲੈਂਡ ਵਾਪਸ ਨਹੀਂ ਪਰਤ ਪਾਏ, ਉਹਨਾਂ ਨੂੰ ਵੀ ਐਲੀਜੀਬਲ ਕਰਾਰ ਦਿੱਤਾ ਜਾਏਗਾ ਅਗਰ ਉਹ ਨਿਊਜ਼ੀਲੈਂਡ 'ਚ ਵਾਪਸ ਆ ਜਾਂਦੇ ਹਨ ਅਤੇ ਜਦੋਂ ਰੈਜ਼ੀਡੈਂਟ ਵੀਜ਼ਾ ਅਪਲਾਈ ਕਰਨਾ ਹੈ ਤਾਂ ਉਹ ਨਿਊਜ਼ੀਲੈਂਡ ਦੇ ਵਿੱਚ ਹੋਣਗੇ। ਸੋ ਬਾਕੀ ਦੇਸ਼ਾਂ ਤੋਂ ਅਗਰ ਲੋਕ ਨਿਊਜ਼ੀਲੈਂਡ ਦੇ ਵਿੱਚ 29 ਸਤੰਬਰ 2021 ਨੂੰ ਵਾਪਸ ਨਹੀਂ ਆਏ ਤਾਂ ਉਹ ਅਯੋਗ ਹੋਣਗੇ, ਐਲੀਜੀਬਲ ਨਹੀਂ ਹੋਣਗੇ। ਪਹਿਲੀ ਸ਼ਰਤ ਹੈ ਕਿ ਐਪਲੀਕੈਂਟ ਨੂੰ ਨਿਊਜ਼ੀਲੈਂਡ ਦੇ ਵਿੱਚ 29 ਸਤੰਬਰ 2021 ਨੂੰ ਰਹਿਣਾ ਜ਼ਰੂਰੀ ਹੈ। ਦੂਜੀ ਸ਼ਰਤ ਹੈ ਕਿ ਜੋ ਐਪਲੀਕੈਂਟ ਹੈ ਉਹਦੇ ਕੋਲ ਐਲੀਜੀਬਲ ਵਰਕ ਵੀਜ਼ਾ ਹੋਣਾ ਜ਼ਰੂਰੀ ਹੈ। ਸੋ ਇੱਥੇ ਧਿਆਨ ਰੱਖਣਾ ਹੈ ਕਿ ਵਰਕ ਵੀਜ਼ਾ ਹੋਲਡਰਸ ਹੀ ਸਿਰਫ ਇਸ ਦੇ ਵਿੱਚ ਆਪਣੀ ਐਪਲੀਕੇਸ਼ਨ ਰੈਜ਼ੀਡੈਂਟ ਵੀਜ਼ੇ ਦੀ ਲਗਾ ਸਕਦੇ ਹਨ, ਪਰ ਕੁਝ ਵਿਜ਼ਿਟਰ ਵੀਜ਼ਾ ਹੋਲਡਰਸ ਹਨ ਜੋ ਕ੍ਰਿਟੀਕਲ ਪਰਪਸ ਵੀਜ਼ਾ ਹੋਲਡ ਕਰ ਰਹੇ ਹਨ 6 ਮਹੀਨੇ ਜਾਂ ਉਸ ਤੋਂ ਵੱਧ। ਸੋ ਕਿਹੜੇ ਵਰਕ ਵੀਜ਼ਾ ਕੈਟੇਗਰੀਜ਼ ਨੂੰ ਐਲੀਜੀਬਲ ਵੀਜ਼ਾ ਡਿਕਲੇਅਰ ਕੀਤਾ ਗਿਆ ਹੈ ਉਹ ਮੈਂ ਹੁਣ ਤੁਹਾਨੂੰ ਦੱਸਦਾ ਹਾਂ। ਕਰੀਬ 15 ਵਰਕ ਵੀਜ਼ਾ ਕੈਟੇਗਰੀਜ਼ ਇਮੀਗ੍ਰੇਸ਼ਨ ਨੇ ਨਿਸ਼ਚਿਤ ਕੀਤੀਆਂ ਹਨ ਜੋ ਐਲੀਜੀਬਲ ਵੀਜ਼ਾ ਹੋਣਗੇ ਅਗਰ ਤੁਸੀਂ ਅਪਲਾਈ ਕਰਨਾ ਹੈ ਇਸ ਕੈਟੇਗਰੀ 'ਚ। ਸੋ ਜੋ ਐਪਲੀਕੈਂਟ ਨਿਊਜ਼ੀਲੈਂਡ ਦੇ ਵਿੱਚ ਹੈ ਅਤੇ ਉਹ ਇਹਨਾਂ 15 ਸ਼੍ਰੇਣੀਆਂ ਦੇ ਵਿੱਚੋਂ ਇੱਕ ਸ਼੍ਰੇਣੀ ਦਾ ਵਰਕ ਵੀਜ਼ਾ ਹੋਲਡ ਕਰਕੇ ਬੈਠਾ ਹੈ, ਰਹਿ ਰਿਹਾ ਹੈ ਨਿਊਜ਼ੀਲੈਂਡ ਦੇ ਵਿੱਚ, ਅਤੇ ਉਹਦਾ ਕਰੈਕਟਰ ਅਤੇ ਹੈਲਥ ਉਹਦੀ ਠੀਕ ਹੈ ਅਤੇ 3 ਯੋਗਤਾਵਾਂ ਦੇ ਵਿੱਚੋਂ ਇੱਕ ਯੋਗਤਾ ਉਹ ਪੂਰੀ ਕਰ ਰਿਹਾ ਹੈ ਜਾਂ ਕਰ ਰਹੀ ਹੈ, ਤਾਂ ਉਹ ਇਹ ਰੈਜ਼ੀਡੈਂਟ ਵੀਜ਼ਾ ਅਪਲਾਈ ਕਰ ਸਕਦੇ ਹਨ। ਸੋ ਉਹ 15 ਸ਼ਰਤਾਂ ਜਿਹੜੀ ਕੈਟੇਗਰੀਜ਼ ਹਨ ਐਲੀਜੀਬਲ ਵੀਜ਼ੇ ਦੀਆਂ, ਉਹਨਾਂ ਦੇ ਵਿੱਚ ਪੋਸਟ ਸਟੱਡੀ ਵਰਕ ਵੀਜ਼ਾ, ਅਸੈਂਸ਼ੀਅਲ ਸਕਿੱਲਸ ਵੀਜ਼ਾ, ਵਰਕ ਟੂ ਰੈਜ਼ੀਡੈਂਸ ਵੀਜ਼ਾ, ਰਿਲੀਜੀਅਸ ਵਰਕਰ ਵਰਕ ਵੀਜ਼ਾ, ਮਾਈਗ੍ਰੈਂਟ ਐਕਸਪਲੋਇਟੇਸ਼ਨ ਪ੍ਰੋਟੈਕਸ਼ਨ ਵਰਕ ਵੀਜ਼ਾ, work visa granted under victim of domestic violence category, practical experience silver furs work visa, ਤੇ ਇੱਕ ਦੋ ਹੋਰ ਕੈਟੇਗਰੀਜ਼ ਹਨ ਅਤੇ ਨਾਲ ਲਾਸਟਲੀ ਵਰਕ ਵੀਜ਼ਾ ਗ੍ਰਾਂਟਡ ਅੰਡਰ ਸੈਕਸ਼ਨ 61, ਅਤੇ ਇਹਦੇ ਵਿੱਚ ਸ਼ਰਤ ਇਹ ਹੈ ਕਿ ਜੋ ਹੋਲਡਰ ਹੈ ਇਸ ਵਰਕ ਵੀਜ਼ੇ ਦਾ ਉਹ ਪਿਛਲੇ 6 ਮਹੀਨੇ ਐਲੀਜੀਬਲ ਵੀਜ਼ਾ ਕੈਟੇਗਰੀ ਦੇ ਵਿੱਚ ਵਰਕ ਵੀਜ਼ਾ ਹੋਲਡ ਕਰ ਰਿਹਾ ਹੋਵੇ, ਤਾਂ ਉਹ ਅੱਜ ਦੀ ਡੇਟ 'ਤੇ ਜਿਹੜਾ ਉਹਦੇ ਕੋਲ ਵਰਕ ਵੀਜ਼ਾ ਸੈਕਸ਼ਨ 61 ਦੇ ਵਿੱਚ ਗ੍ਰਾਂਟ ਹੋਇਆ ਹੈ ਤਾਂ ਉਹ ਐਲੀਜੀਬਲ ਹੋਵੇਗਾ ਇਸ ਸ਼੍ਰੇਣੀ 'ਚ ਅਪਲਾਈ ਕਰਨ ਲਈ। ਅਤੇ ਫਿਰ ਕ੍ਰਿਟੀਕਲ ਕੇਅਰ ਜੋ ਵਿਜ਼ਟਰ ਵੀਜ਼ਾ ਹੋਲਡਰਸ ਹਨ, ਕ੍ਰਿਟੀਕਲ ਪਰਪਸ ਵਿਜ਼ਟਰ ਵੀਜ਼ਾ ਜਿਨ੍ਹਾਂ ਦਾ 6 ਮਹੀਨੇ ਤੋਂ ਵੱਧ ਵਿਜ਼ਟਰ ਵੀਜ਼ਾ ਹੈ ਅਤੇ ਉਹ ਨਿਊਜ਼ੀਲੈਂਡ 'ਚ ਹਨ, ਤਾਂ ਵੀ ਉਹ ਅਪਲਾਈ ਕਰ ਸਕਦੇ ਹਨ ਰੈਜ਼ੀਡੈਂਟ ਵੀਜ਼ਾ। ਜਿਹੜੇ ਲੋਕ ਨਹੀਂ ਅਪਲਾਈ ਕਰ ਸਕਦੇ ਇਸ ਕੈਟੇਗਰੀ ਦੇ ਵਿੱਚ ਉਹਨਾਂ ਦੇ ਵਿੱਚ ਵਿਜ਼ਟਰ ਵੀਜ਼ਾ ਹੋਲਡਰਸ, ਜਨਰਲ, ਟੂਰਿਸਟ ਅਤੇ ਸਟੂਡੈਂਟ ਵੀਜ਼ਾ ਹੋਲਡਰਸ ਅਤੇ ਪਾਰਟਨਰਸ਼ਿਪ ਬੇਸਡ ਵਰਕ ਵੀਜ਼ਾ ਹੋਲਡਰਸ। ਸੋ ਉਹ ਵੀ ਇਸ ਕੈਟੇਗਰੀ ਦੇ ਵਿੱਚ ਪ੍ਰਿੰਸੀਪਲ ਐਪਲੀਕੈਂਟ ਦੇ ਤੌਰ 'ਤੇ ਨਹੀਂ ਅਪਲਾਈ ਕਰ ਸਕਦੇ, ਪਰ ਉਹ ਆਪਣੇ ਸਪਾਊਸ ਦੇ ਸੈਕੰਡਰੀ ਐਪਲੀਕੈਂਟ ਵਾਂਗੂ ਕਿਸੇ ਵੀ ਐਪਲੀਕੇਸ਼ਨ ਦੇ ਵਿੱਚ ਇਨਕਲੂਡ ਹੋ ਸਕਦੇ ਹਨ ਅਗਰ ਉਹਨਾਂ ਦਾ ਪਾਰਟਨਰ ਜਾਂ ਸਪਾਊਸ ਉਹਨਾਂ ਨੂੰ ਇਨਕਲੂਡ ਕਰਨਾ ਚਾਹੇ। ਸੋ ਡਿਪੈਂਡੈਂਟ ਚਿਲਡਰਨ ਵੀ ਪ੍ਰਿੰਸੀਪਲ ਐਪਲੀਕੈਂਟ ਦੇ ਇਸ ਕੈਟੇਗਰੀ 'ਚ ਇਨਕਲੂਡ ਹੋ ਸਕਦੇ ਹਨ, ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ ਐਪਲੀਕੇਸ਼ਨ ਦੇ ਵਿੱਚ। ਅਤੇ ਜੋ ਮੈਂ ਸ਼੍ਰੇਣੀਆਂ ਤੁਹਾਨੂੰ ਦੱਸੀਆਂ ਹਨ ਇਹਨਾਂ ਦੇ ਵਿੱਚ ਇੱਕ ਦੋ ਸ਼੍ਰੇਣੀਆਂ ਹੋਰ ਵੀ ਹਨ ਜੋ 15 ਸ਼੍ਰੇਣੀਆਂ ਟੋਟਲ ਹਨ, ਅਤੇ ਪੂਰੀ ਲਿਸਟ ਅਗਰ ਤੁਸੀਂ ਦੇਖਣੀ ਹੈ ਤਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਇਹ ਦੇਖ ਸਕਦੇ ਹੋ।
ਇਸ ਤੋਂ ਬਾਅਦ 3 ਯੋਗਤਾਵਾਂ ਦੇ ਵਿੱਚੋਂ ਇੱਕ ਯੋਗਤਾ ਬਿਨੈਕਰਤਾ ਕੋਲ ਐਪਲੀਕੈਂਟ ਕੋਲ ਹੋਣੀ ਚਾਹੀਦੀ ਹੈ। ਸੋ 3 ਯੋਗਤਾਵਾਂ ਦੇ ਵਿੱਚ ਪਹਿਲੀ ਯੋਗਤਾ ਹੈ ਕਿ ਐਪਲੀਕੈਂਟ ਨੇ ਨਿਊਜ਼ੀਲੈਂਡ ਦੇ ਵਿੱਚ 29 ਸਤੰਬਰ 2018 ਤੋਂ 29 ਸਤੰਬਰ 2021 ਦੇ ਵਿਚਕਾਰ ਇਸ ਪੀਰੀਅਡ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਜਾਂ 821 ਦਿਨ ਬਿਤਾਏ ਹੋਣ ਤੇ ਜਾਂ 3 ਸਾਲ ਬਿਤਾਏ ਹੋਣ। ਸੋ ਅਗਰ ਕੋਈ ਐਪਲੀਕੈਂਟ 29 ਸਤੰਬਰ 2018 ਤੇ 29 ਸਤੰਬਰ 2021 ਇਹਦੇ ਵਿਚਕਾਰ ਨਿਊਜ਼ੀਲੈਂਡ 'ਚ ਆਇਆ ਹੈ ਤੇ ਉਹ 821 ਦਿਨ ਰਹਿ ਚੁੱਕਾ ਹੈ ਤੇ ਜਾਂ 3 ਸਾਲ ਰਹਿ ਚੁੱਕਾ ਹੈ ਤਾਂ ਉਹ ਐਲੀਜੀਬਲ ਹੈ। ਅਗਰ ਇਹ ਕੈਟੇਗਰੀ ਇਸ ਯੋਗਤਾ ਨੂੰ ਉਹ ਪੂਰੀ ਨਹੀਂ ਕਰ ਰਿਹਾ ਤਾਂ ਦੂਸਰੀ ਯੋਗਤਾ ਹੈ ਕਿ ਅਗਰ ਉਹ ਐਪਲੀਕੈਂਟ ਕਰੰਟਲੀ ਇੰਪਲੋਇਡ ਹੈ, ਜੌਬ ਕਰ ਰਿਹਾ ਹੈ ਤੇ ਉਹਦੀ ਜੌਬ ਦੇ ਵਿੱਚ ਉਹਨੂੰ $27 ਪਰ ਆਵਰ ਜਾਂ ਉਸ ਤੋਂ ਵੱਧ ਮਿਲ ਰਹੇ ਹਨ ਤਾਂ ਉਹ ਐਲੀਜੀਬਲ ਹੋ ਸਕਦਾ ਹੈ। ਅਗਰ ਇਹ ਵੀ ਯੋਗਤਾ ਉਹ ਪੂਰੀ ਨਹੀਂ ਕਰ ਰਿਹਾ ਤਾਂ ਤੀਸਰੀ ਯੋਗਤਾ ਹੈ ਕਿ ਜੇਕਰ ਐਪਲੀਕੈਂਟ ਜੌਬ ਕਰ ਰਿਹਾ ਹੈ ਤੇ ਉਹਦੀ ਜੌਬ ਸਕੇਅਰਸ ਲਿਸਟ ਦੇ ਵਿੱਚ ਇਨਕਲੂਡਡ ਹੈ ਤਾਂ ਵੀ ਉਹ ਐਪਲੀਕੈਂਟ ਅਪਲਾਈ ਕਰ ਸਕਦਾ ਹੈ ਰੈਜ਼ੀਡੈਂਟ ਵੀਜ਼ਾ। ਸੋ ਇਸ ਦੇ ਵਿੱਚ ਕੁਝ ਕਮੀਆਂ ਹਨ ਇਸ ਕੈਟੇਗਰੀ ਦੇ ਵਿੱਚ, ਮੈਂ ਉਹ ਤੁਹਾਡੇ ਨਾਲ ਦੱਸਦਾ ਹਾਂ। ਪਹਿਲੀ ਇਸ ਦੇ ਵਿੱਚ ਕਮੀ ਹੈ ਕਿ ਇਹਦੇ ਵਿੱਚ ਏਜ ਲਿਮਿਟ ਕੋਈ ਨਹੀਂ ਦਿੱਤੀ ਗਈ। ਸੋ ਕਿਉਂਕਿ ਇਸ 'ਚ ਏਜ ਲਿਮਿਟ ਕੋਈ ਨਹੀਂ ਦਿੱਤੀ ਗਈ ਤਾਂ ਅੰਦਾਜ਼ਾ ਹੈ, ਮੇਰੀ ਸਮਝ ਹੈ ਕਿ 18 ਸਾਲ ਤੋਂ ਲੈ ਕੇ 100 ਸਾਲ ਜਾਂ 120 ਸਾਲ ਤੱਕ ਕੋਈ ਵੀ ਉਮਰ ਦਾ ਵਿਅਕਤੀ ਇਸ ਦੇ ਵਿੱਚ ਰੈਜ਼ੀਡੈਂਟ ਵੀਜ਼ਾ ਅਪਲਾਈ ਕਰ ਸਕਦਾ ਹੈ। ਦੂਸਰੀ ਸ਼ਰਤ, ਇੰਗਲਿਸ਼ ਲੈਂਗੁਏਜ ਐਬਿਲਿਟੀ ਦੀ ਕੋਈ ਰਿਕੁਆਇਰਮੈਂਟ ਇਸ ਕੈਟੇਗਰੀ 'ਚ ਨਹੀਂ ਰੱਖੀ ਗਈ। ਸੋ ਅਗਰ ਇੰਗਲਿਸ਼ ਲੈਂਗੁਏਜ ਐਬਿਲਿਟੀ ਦੇਖਣ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਰੈਜ਼ੀਡੈਂਟ ਵੀਜ਼ਾ ਨਿਊਜ਼ੀਲੈਂਡ ਦਾ ਮਿਲ ਜਾਂਦਾ ਹੈ ਤਾਂ ਕਿਉਂਕਿ ਨਿਊਜ਼ੀਲੈਂਡ ਦੀ ਫਸਟ ਲੈਂਗੁਏਜ ਆਫ ਕਮਿਊਨੀਕੇਸ਼ਨ ਜੋ ਹੈ ਇੰਗਲਿਸ਼ ਹੈ ਤਾਂ ਉਹ ਵਿਅਕਤੀ ਦਾ ਨਿਊਜ਼ੀਲੈਂਡ ਦੇ ਵਿੱਚ ਸੈਟਲ ਹੋਣਾ ਤੇ ਐਸਟੈਬਲਿਸ਼ ਹੋਣਾ ਤਾਂ ਉਹਨੂੰ ਕਿਸੇ ਨਾਲ ਵੀ ਕਮਿਊਨੀਕੇਟ ਕਰਨ ਦੇ ਵਿੱਚ ਬਹੁਤ ਮੁਸ਼ਕਲ ਆਉਣ ਵਾਲੀ ਹੈ। ਤੀਸਰੀ ਗੱਲ, ਇਸ ਕੈਟੇਗਰੀ ਦੇ ਵਿੱਚ ਕਿਸੇ ਵੀ ਵਰਕ ਵੀਜ਼ਾ ਹੋਲਡਰ ਨੂੰ ਇੰਪਲੋਇਡ ਹੋਣਾ ਜ਼ਰੂਰੀ ਨਹੀਂ ਹੈ। ਸੋ ਅਗਰ ਕੋਈ ਵਿਅਕਤੀ ਪੋਸਟ ਸਟੱਡੀ ਵਰਕ ਵੀਜ਼ਾ ਦੇ ਉੱਪਰ ਪਿਛਲੇ 3 ਸਾਲ ਤੋਂ ਰਹਿ ਰਿਹਾ ਹੈ ਤਾਂ ਉਹ ਐਲੀਜੀਬਲ ਹੋਵੇਗਾ, ਭਾਵੇਂ ਉਹਨੇ 3 ਸਾਲ ਕੋਈ ਕੰਮ ਕੀਤਾ ਹੋਵੇ ਭਾਵੇਂ ਨਾ ਕੀਤਾ ਹੋਵੇ। ਸੋ ਅਗਰ ਕਿਸੇ ਵਿਅਕਤੀ ਨੇ ਪਿਛਲੇ 3 ਸਾਲ 'ਚ ਕੋਈ ਨੌਕਰੀ ਜਾਂ ਕੋਈ ਵੀ ਸੇਵਾ ਨਹੀਂ ਕੀਤੀ ਨਿਊਜ਼ੀਲੈਂਡ ਦੇ ਵਿੱਚ ਤਾਂ ਉਹ ਰੈਜ਼ੀਡੈਂਟ ਵੀਜ਼ਾ ਪ੍ਰਾਪਤ ਕਰ ਲਏਗਾ ਸਿਰਫ ਇਸ ਕਰਕੇ ਕਿ ਉਹ ਨਿਊਜ਼ੀਲੈਂਡ 'ਚ 3 ਸਾਲ ਰਹਿ ਰਿਹਾ ਹੈ। ਤਾਂ ਉਹ ਨਿਊਜ਼ੀਲੈਂਡ ਦੇ ਵਿੱਚ ਆਪਣਾ ਗੁਜ਼ਾਰਾ ਬਸਰ ਕਿਵੇਂ ਕਰੇਗਾ, ਕਿਤੇ ਉਹ ਸਰਕਾਰ ਦੇ ਉੱਪਰ ਬੋਝ ਤਾਂ ਨਹੀਂ ਬਣ ਜਾਵੇਗਾ। ਸੋ ਇਹ ਇੰਪੋਰਟੈਂਟ ਗੱਲਾਂ ਜੋ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਧਿਆਨ 'ਚ ਰੱਖਣ ਵਾਲੀਆਂ ਹਨ। ਤੇ ਪਾਰਟਨਰਸ਼ਿਪ ਵਰਕ ਵੀਜ਼ਾ ਹੋਲਡਰਸ ਜਿਹੜੇ ਹੈ ਉਹਨਾਂ ਨੂੰ ਇਕੱਲਿਆਂ ਨੂੰ ਕਿਉਂ ਐਕਸਕਲੂਡ ਕੀਤਾ ਗਿਆ ਹੈ ਪ੍ਰਿੰਸੀਪਲ ਐਪਲੀਕੈਂਟ ਬਣਨ ਤੋਂ, ਇਹ ਮੇਰੀ ਸਮਝ ਤੋਂ ਬਾਹਰ ਹੈ। ਸੋ ਜਿਹੜੇ ਲੋਕ ਨਿਊਜ਼ੀਲੈਂਡ 'ਚ ਆਮ ਕਰਕੇ ਰਹਿ ਰਹੇ ਸਨ, ਜਿਨ੍ਹਾਂ ਨੇ ਕੰਟਰੀਬਿਊਸ਼ਨ ਕੀਤੀ ਸੀ ਨਿਊਜ਼ੀਲੈਂਡ ਦੇ ਵਿੱਚ ਆਪਣੀ ਸਕਿੱਲਸ ਦੇ ਨਾਲ, ਆਪਣੀ ਮਿਹਨਤ ਨਾਲ, ਦਿਨ ਰਾਤ ਉਹਨਾਂ ਨੇ ਕੋਵਿਡ-19 ਦੇ ਵੇਲੇ ਵੀ ਨਿਊਜ਼ੀਲੈਂਡ ਦੀ ਸੇਵਾ ਕੀਤੀ ਤੇ ਉਹ ਫਿਲਹਾਲ ਅਗਰ ਉਹ ਕਿਸੇ ਹੋਰ ਦੇਸ਼ ਦੇ ਵਿੱਚ ਹਨ ਆਸਟ੍ਰੇਲੀਆ ਤੋਂ ਇਲਾਵਾ ਤੇ ਉਹਨਾਂ ਨੂੰ ਐਲੀਜੀਬਲ ਨਹੀਂ ਕੀਤਾ ਗਿਆ, ਪਰ ਆਸਟ੍ਰੇਲੀਆ ਦੇ ਵਿੱਚ ਜੋ ਲੋਕ ਰਹਿ ਕੇ ਹੁਣ ਵਾਪਸ ਆਣਗੇ ਉਹਨਾਂ ਨੂੰ ਐਲੀਜੀਬਲ ਕੀਤਾ ਜਾਵੇਗਾ। ਸੋ ਮੇਰੇ ਖਿਆਲ ਨਾਲ ਇਹ ਇੱਕ ਟੈਰੀਟੋਰੀ ਐਲਰਜੀ ਦੀ ਥੋੜ੍ਹੀ ਨਿਸ਼ਾਨੀ ਜੀ ਲੱਗਦੀ ਹੈ ਕਿ ਉਹਨਾਂ ਨੂੰ ਬਾਹਰਲੇ ਦੇਸ਼ਾਂ ਤੋਂ ਪ੍ਰੋਬਲਮ ਹੈ ਕਿ ਉੱਥੋਂ ਬਾਹਰ ਬੰਦੇ ਜਿਹੜੇ ਸਟਕ ਹੋ ਗਏ ਹਨ ਆਫਸ਼ੋਰ ਦੇ ਵਿੱਚ, ਭਾਵੇਂ ਉਹ ਭਾਰਤ ਹੈ, ਚਾਈਨਾ ਹੈ, ਹੋਰ ਕਿਸੇ ਵੀ ਦੇਸ਼ ਦੇ ਵਿੱਚ ਲੋਕ ਸਟਕ ਹੋਏ ਹਨ, ਉਹ ਵਾਪਸ ਨਹੀਂ ਆ ਪਾਏ ਨਿਊਜ਼ੀਲੈਂਡ। ਕਈਆਂ ਦੇ ਵਰਕ ਵੀਜ਼ੇ ਵੀ ਵੈਲਿਡ ਹੋਣਗੇ, ਉਹ ਵੀ ਐਲੀਜੀਬਲ ਨਹੀਂ ਹੈ ਕਿਉਂਕਿ ਉਹ 29 ਸਤੰਬਰ 2021 ਨੂੰ ਨਿਊਜ਼ੀਲੈਂਡ ਦੇ ਵਿੱਚ ਮੌਜੂਦ ਨਹੀਂ ਹਨ। ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕੁਝ ਕਮੀਆਂ ਹਨ ਤੇ ਉਹ ਕਮੀਆਂ ਨੂੰ ਅਗਰ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੂਰ ਕਰੇ ਤਾਂ ਇਹ ਪਾਲਿਸੀ ਜਿਹੜੀ ਹੈ ਹੋਰ ਅੱਛੀ ਬਣ ਸਕਦੀ ਹੈ ਤੇ ਹੋਰ ਲੋਕਾਂ ਦੇ ਫਾਇਦੇ ਦੇ ਲਈ ਹੋ ਸਕਦੀ ਹੈ। ਸੋ ਤੁਸੀਂ ਇਹ ਮੇਰੀ ਵੀਡੀਓ ਸੁਣੀ ਤੇ ਤੁਹਾਨੂੰ ਜੇਕਰ ਚੰਗੀ ਲੱਗੀ ਤਾਂ ਤੁਸੀਂ ਮੇਰਾ ਜਿਹੜਾ ਹੈ YouTube ਵੀਡੀਓ ਚੈਨਲ ਜਿਹੜਾ ਹੈ ਉਹਨੂੰ ਲਾਈਕ ਕਰੋ ਤੇ ਉਸ ਨੂੰ ਸਬਸਕ੍ਰਾਈਬ ਕਰੋ ਤੇ ਇੱਥੇ ਨੋਟੀਫਿਕੇਸ਼ਨ ਆਈਕਨ ਹੈ ਉਹਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਜੋ ਵੀ ਮੈਂ ਨਵੀਂ ਵੀਡੀਓ ਬਣਾਵਾਂ ਉਹ ਤੁਹਾਨੂੰ ਪਤਾ ਲੱਗ ਜਾਵੇ ਤੇ ਤੁਸੀਂ ਉਹ ਵੀਡੀਓ ਦੇਖ ਸਕੋ। ਮੈਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਇਸ ਪਾਲਿਸੀ ਦੇ ਬਾਰੇ ਜ਼ਿਕਰ ਕਰਾਂਗਾ ਕਿਉਂਕਿ ਹਾਲੇ ਇਹ ਜੋ ਪਾਲਿਸੀ ਅਨਾਉਂਸ ਹੋਈ ਹੈ ਇਹਦੀਆਂ ਸਾਰੀਆਂ ਸ਼ਰਤਾਂ ਜਿਹੜੀਆਂ ਹਾਲੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਨਹੀਂ ਦੱਸੀ ਗਈਆਂ। ਜਿਵੇਂ ਮੈਂ ਤੁਹਾਨੂੰ ਏਜ ਦਾ ਦੱਸਿਆ ਹੈ, ਇੰਗਲਿਸ਼ ਲੈਂਗੁਏਜ ਐਬਿਲਿਟੀ ਦਾ ਦੱਸਿਆ ਹੈ,
ਅਨਇੰਪਲੋਇਡ ਬੰਦੇ ਵੀ ਰੈਜ਼ੀਡੈਂਟ ਵੀਜ਼ਾ ਲੈ ਲੈਣਗੇ, ਉਹਦੇ ਬਾਰੇ ਦੱਸਿਆ ਹੈ। ਜਾਂ ਸਟੂਡੈਂਟ ਵੀਜ਼ਾ ਹੋਲਡਰਸ ਜਾਂ ਆਫਸ਼ੋਰ ਜਿਹੜੇ ਲੋਕ ਅਟਕ ਗਏ ਹਨ, ਵਾਪਸ ਨਹੀਂ ਆ ਸਕੇ, ਜਿਨ੍ਹਾਂ ਦਾ ਨਿਊਜ਼ੀਲੈਂਡ ਦੇ ਵਿੱਚ ਪੂਰਾ ਘਰ ਵਿਹਾਰ ਚੱਲ ਰਿਹਾ ਹੈ, ਉਹਨਾਂ ਦੇ ਬਾਰੇ ਵੀ ਹਜੇ ਕੋਈ ਸਾਫ਼ ਨਹੀਂ ਕੀਤਾ ਗਿਆ ਕਿ ਉਹ ਐਲੀਜੀਬਲ ਹੋਣਗੇ। ਹਜੇ ਤੱਕ ਤਾਂ ਇਹ ਸਾਫ਼ ਹੈ ਕਿ ਐਲੀਜੀਬਲ ਨਹੀਂ ਹੋਣਗੇ।